ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਗਰਮੀ ਦੇ ਦਿਨ ਸਨ। ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਆਪਣੇ ਨਾਮ ਸਿਮਰਨ ਦੇ ਨਿਯਮ ਤੋਂ ਵਿਹਲੇ ਹੋ ਕੇ ਸੰਗਤ ਵਿੱਚ ਆ ਬਰਾਜੇ। ਕਾਫੀ ਸਾਰੀ ਸੰਗਤ ਦੂਰ ਦੁਰੇਡੇ ਤੋਂ ਬਾਬਾ ਜੀ ਦੇ ਦਰਸ਼ਨਾਂ ਲਈ ਆਈ ਹੋਈ ਸੀ। ਬਚਨ ਬਿਲਾਸ ਕਰਦਿਆਂ ਇੱਕ ਪ੍ਰੇਮੀ ਨੇ ਪੁੱਛਿਆ ਕਿ ਬਾਬਾ ਜੀ, ਕਿਰਪਾ ਕਰਕੇ ਇਹ ਦੱਸੋ ਕਿ ਮਨੁੱਖ ਜੋ ਮਾੜੇ ਚੰਗੇ ਕੰਮ ਕਰਦਾ ਹੈ, ਸੋ ਉਸ ਦਾ ਹਿਸਾਬ ਇੱਥੇ ਹੀ ਮੁੱਕ ਜਾਂਦਾ ਹੈ ਜਾਂ ਅਗਾਂਹ ਦਰਗਾਹ ਵਿੱਚ ਵੀ ਕਿਸੇ ਕਿਸਮ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ? ਬਾਬਾ ਜੀ ਉਸ ਪ੍ਰੇਮੀ ਦਾ ਬਚਨ ਸੁਣ ਕੇ ਉਸ ਨੂੰ ਪੁੱਛਣ ਲੱਗੇ ਕਿ ਕੀ ਤੁਸੀਂ ਗੁਰਬਾਣੀ ਪੜ੍ਹਦੇ ਹੋ? ਉਸ ਪ੍ਰੇਮੀ ਨੇ ਉੱਤਰ ਦਿੱਤਾ ਕਿ ਹਾਂ ਜੀ, ਹਰ ਰੋਜ਼ ਨਿਤਨੇਮ ਵੀ ਕਰਦਾ ਹਾਂ ਤਥਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਈ ਵਾਰ ਕਰਨ ਦਾ ਸੁਭਾਗ ਬਣ ਆਇਆ ਹੈ। ਬਾਬਾ ਜੀ ਕਹਿਣ ਲੱਗੇ ਕਿ ਗੁਰਬਾਣੀ ਵਿੱਚ ਤਾਂ ਇਸ ਪ੍ਰਥਾਏ ਸਤਿਗੁਰੂ ਜੀ ਨੇ ਬਹੁਤ ਵਿਸਥਾਰ ਨਾਲ ਸਭ ਕੁਝ ਦੱਸਿਆ ਹੋਇਆ ਹੈ। ਕਿਸੇ ਕਿਸਮ ਦਾ ਕੋਈ ਵੀ ਭਰਮ ਭੁਲੇਖਾ ਨਹੀਂ ਛੱਡਿਆ, ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿਣ ਦਿੱਤੀ। ਉਸ ਪ੍ਰੇਮੀ ਨੇ ਮੁੜ ਕੇ ਕਿਹਾ, ਬਾਬਾ ਜੀ, ਪੜ੍ਹਿਆ ਤਾਂ ਸਭ ਕੁਝ ਹੈ, ਪਰੰਤੂ ਜਿਸ ਬਾਣੀ ਵਿੱਚ ਧਰਮ ਰਾਏ, ਲੇਖੇ ਜੋਖੇ ਜਾਂ ਮਿਲਣ ਵਾਲੀਆਂ ਸਜ਼ਾਵਾਂ ਆਦਿਕ ਦਾ ਵਰਣਨ ਹੁੰਦਾ ਹੈ, ਕਈ ਇੱਕ ਵਿਦਵਾਨ ਲੋਕ ਉਸ ਬਾਣੀ ਨੂੰ ਭਿਆਨਕ ਬਾਣੀ ਦੱਸਦੇ ਹਨ ਕਿ ਕੇਵਲ ਜੀਵ ਨੂੰ ਮਾੜੇ ਕਰਮਾਂ ਤੋਂ ਹਟਾਉਣ ਹਿੱਤ ਡਰਾਉਣ ਵਾਸਤੇ ਹੀ ਸਤਿਗੁਰੂ ਜੀ ਨੇ ਰਚੀ ਹੈ। ਪ੍ਰੇਮੀ ਦਾ ਇਹ ਬਚਨ ਸੁਣ ਕੇ ਬਾਬਾ ਜੀ ਕੁਝ ਦੇਰ ਲਈ ਚੁੱਪ ਰਹੇ ਤੇ ਫਿਰ ਬੋਲੇ ਕਿ ਇਹਨਾਂ ਦੀ ਤਾਂ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਗੱਲਬਾਤ ਬਣੀ ਹੋਈ ਹੈ ਕਿ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਅਥਵਾ ਗੁਰੂ ਅਮਰਦਾਸ ਜੀ ਨੇ ਵੀ ਅਜਿਹੇ ਅਖੌਤੀ ਵਿਦਵਾਨਾਂ ਬਾਰੇ ਹੁਕਮ ਕੀਤਾ ਹੈ ਕਿ ਪੜ੍ਹ ਪੜ੍ਹ ਲੂਝੈ ਬਾਦ ਬਖਾਣੈ, ਮਿਲ ਮਾਇਆ ਸੁਰਤ ਗਵਾਈ ਵਾਲੀ ਗੱਲ ਇਹਨਾਂ ਦੀ ਹੈ। ਇਹਨਾਂ ਕਰਨੀ ਤੋਂ ਹੀਣੇ ਫੋਕੇ ਵਿਦਵਾਨਾਂ ਨੇ ਤਾਂ ਜੀਵਾਂ ਨੂੰ ਕੁਰਾਹੇ ਪਾ ਛੱਡਿਆ ਹੋਇਆ ਹੈ। ਬਸ ਇਹ ਜਗ ਮਿੱਠਾ ਅਗਲਾ ਕਿਨ ਡਿੱਟਾ ਜਿਹੀਆਂ ਅਖੌਤਾਂ ਲੋਕਾਈ ਨੂੰ ਸੁਣਾ ਕੇ ਲੋਕਾਂ ਨੂੰ ਮਾੜੇ ਪਾਸੇ ਲਾ ਕੇ ਪਰਮੇਸ਼ਰ ਤੋਂ ਦੂਰ ਕਰੀ ਜਾ ਰਹੇ ਹਨ। ਇੱਥੇ ਹੀ ਬਸ ਨਹੀਂ, ਆਏ ਦਿਨ ਪਰਮੇਸ਼ਰ ਜੀ ਦੀ ਬਾਣੀ ਉੱਪਰ ਵੀ ਤਰਕ ਕਰਨਾ ਅਤੇ ਪਰਮੇਸ਼ਰ ਜੀ ਦੀ ਬਾਣੀ ਉੱਪਰ ਕਈ ਤਰ੍ਹਾਂ ਦੇ ਸ਼ੰਕੇ ਉਠਾਉਣ ਤੋਂ ਵੀ ਇਹ ਗੁਰੇਜ਼ ਨਹੀਂ ਕਰਦੇ। ਪਹਿਲਾਂ ਤਾਂ ਆਪਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਪੜ੍ਹੇ ਹੋਏ ਦੀ ਮੱਤ ਉੱਚੀ ਹੈ ਜਾਂ ਸਤਿਗੁਰੂ ਜੀ ਦੀ ਦ੍ਰਿਸ਼ਟੀ ਦੀਰਘ ਹੈ, ਅਤੇ ਅਸੀਂ ਪੜ੍ਹਿਆ ਹੋਇਆਂ ਇਹਨਾਂ ਵਿਦਵਾਨਾਂ ਤੋਂ ਅਗਵਾਈ ਲੈਣੀ ਹੈ ਜਾਂ ਸਤਿਗੁਰੂ ਜੀ ਨੂੰ ਸ਼੍ਰੋਮਣੀ ਮੰਨ ਕੇ ਉਹਨਾਂ ਦੀ ਮੱਤ ਉੱਪਰ ਪੂਰਨ ਭਰੋਸਾ ਕਰਕੇ ਜੀਵਨ ਬਸਰ ਕਰਨਾ ਹੈ। ਜੇਕਰ ਤਾਂ ਅਸੀਂ ਸਤਿਗੁਰੂ ਜੀ ਨੂੰ ਪਰਮੇਸ਼ਰ ਦਾ ਸਰੂਪ ਮੰਨਦੇ ਹਾਂ, ਤਦ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਪੂਰਨ ਭਰੋਸਾ ਕਰਕੇ ਗੁਰਬਾਣੀ ਆਸ਼ੇ ਅਨੁਸਾਰ ਤੁਰਨ ਦੀ ਪ੍ਰੇਰਨਾ ਦਿੱਤੀ ਹੈ ਤੇ ਹੁਕਮ ਕੀਤਾ ਹੈ ਕਿ ਹੇ ਗੁਰਸਿੱਖੋ, ਅਕਾਲ ਪੁਰਖ ਦੀ ਬਾਣੀ ਨੂੰ ਸੱਚ ਕਰਕੇ ਮੰਨਣਾ ਕਰੋ, ਕਿਉਂਕਿ ਇਹ ਕਰਤਾ ਪੁਰਖ ਜੀ ਦੇ ਆਪਣੇ ਬਚਨ ਹਨ। ਪ੍ਰਭੂ ਨੇ ਤਾਂ ਸਾਕਾਰ ਕਰਨ ਲਈ ਸਾਡੇ ਮੂੰਹੋਂ ਇਹਨਾਂ ਬਚਨਾਂ ਨੂੰ ਸਾਕਾਰ ਕਰਨ ਹੀ ਕਰਾਇਆ ਹੋਇਆ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਅਤੇ ਰਾਮਕਲੀ ਰਾਗ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਹੇ ਜਗਿਆਸੂ, ਉਸ ਕਰਤੇ ਦੇ ਪਿਆਰੇ ਸਤਪੁਰਖਾਂ ਭਾਵ ਸੰਤ ਜਨਾਂ ਦੀ ਸੱਚੀ ਸਿੱਖਿਆ ਸੁਣ, ਕਿਉਂਕਿ ਉਹ ਆਪਣੇ ਮੁਖਾਰਬਿੰਦ ਚੋਂ ਉਹ ਹੀ ਬੋਲਦੇ ਹਨ ਜੋ ਉਹਨਾਂ ਆਪਣੀਆਂ ਅੱਖਾਂ ਨਾਲ ਵੇਖਿਆ ਹੁੰਦਾ ਹੈ। ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 894 ਉੱਪਰ ਸੁਸ਼ੋਭਿਤ ਹੈ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਸੋ ਇਸ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੀ ਵੀ ਗੁਰਬਾਣੀ ਹੈ ਉਹ ਤ੍ਰੈ ਕਾਲ ਅੱਖਰ ਅੱਖਰ ਸਤ ਹੈ। ਇਸ ਵਿੱਚ ਰੰਚਕ ਮਾਤਰ ਵੀ ਅਤ ਕਥਨੀ ਨਹੀਂ ਹੈ। ਮਨੁੱਖ ਜਿਹੋ ਜਿਹੇ ਵੀ ਇਸ ਸੰਸਾਰ ਵਿੱਚ ਕਰਮ ਕਰਦਾ ਹੈ, ਉਹਨਾਂ ਸਾਰੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਅਗਾਂਹ ਦਰਗਾਹ ਵਿੱਚ ਜ਼ਰੂਰ ਹੁੰਦਾ ਹੈ। ਫੇਰ ਕੀਤੇ ਕਰਮਾਂ ਅਨੁਸਾਰ ਹੀ ਮਨੁੱਖ ਨੂੰ ਜੂਨ ਮਿਲਦੀ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫਰਮਾਨ ਜਪਜੀ ਸਾਹਿਬ ਵਿੱਚ ਆਪਾਂ ਗੁਰਸਿੱਖ ਹਰ ਰੋਜ਼ ਪੜ੍ਹਦੇ ਹਾਂ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਤਥਾ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲੇਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਸ੍ਰੀ ਰਾਗ ਵਿੱਚ ਹੈ, ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿੰਨਾ ਸਪਸ਼ਟ ਕਰਕੇ ਕੀਤੇ ਕਰਮਾਂ ਪਰਤਾਏ ਫਰਮਾਨ ਕਰਦੇ ਹਨ, ਜੋ ਆਪਾਂ ਅਕਸਰ ਆਸਾ ਜੀ ਦੀ ਵਾਰ ਵਿੱਚ ਸਰਵਣ ਕਰਦੇ ਹਾਂ ਜਾਂ ਪੜ੍ਹਦੇ ਹਾਂ। ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ, ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ, ਤੇਰਾ ਨਾਏ ਰੱਤੇ ਸੇ ਜਿਣ ਗਏ,
ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਇਸ ਤੋਂ ਇਲਾਵਾ ਇਹ ਪਾਵਨ ਬਚਨ ਵੀ ਆਸਾ ਜੀ ਦੀ ਵਾਰ ਵਿੱਚ ਆਪਾਂ ਸਰਵਣ ਕਰਦੇ ਹਾਂ। ਆਪੀ ਨੇ ਭੋਗ ਭੋਗ ਕੈ ਹੋਏ ਭਸਮਣ ਭੌਰ ਸਧਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੁਆਇਆ। ਮਨ ਅੰਧੈ ਜਨਮ ਗਵਾਇਆ। ਇਸ ਅਟਲ ਸਚਾਈ ਨੂੰ ਸਾਹਿਬ ਪੰਚਮ ਪਾਤਸ਼ਾਹ ਜੀ ਇਸ ਪ੍ਰਕਾਰ ਵਰਣਨ ਕਰਦੇ ਹਨ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਭਗਤ ਰਵਿਦਾਸ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ ਕਿ ਜਦੋਂ ਜੀਵ ਆਤਮਾ ਦਾ ਲੇਖਾ ਹੁੰਦਾ ਹੈ ਤਾਂ ਜੋ ਲੁਕ ਛਿਪ ਕੇ ਵੀ ਕਰਮ ਕੀਤੇ ਹੁੰਦੇ ਹਨ ਉਹ ਪ੍ਰਤੱਖ ਉਗੜ ਕੇ ਸਾਹਮਣੇ ਆ ਜਾਂਦੇ ਹਨ ਤੇ ਜੀਵ ਆਤਮਾ ਬੜੀ ਹੈਰਾਨ ਹੁੰਦੀ ਹੈ। ਮਲਹਾਰ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਹੈ, ਕਉ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਅਤੇ ਜਪਜੀ ਸਾਹਿਬ ਵਿੱਚ ਗੁਰਨੇਵ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਅਗਾਂਹ ਲੇਖਾ ਲੈਣ ਅਤੇ ਕੀਤੇ ਹੋਏ ਭੈੜੇ ਕਰਮਾਂ ਅਨੁਸਾਰ ਮਿਲਣ ਵਾਲੀਆਂ ਸਜ਼ਾਵਾਂ ਪ੍ਰਥਾਏ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਪਸ਼ਟ ਰੂਪ ਵਿੱਚ ਫਰਮਾਨ ਕੀਤਾ ਹੈ ਕਿ ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਤਲਬਾ ਪੌਸਨ ਆਕੀਆਂ, ਬਾਕੀ ਜਿਨਾ ਰਹੀ। ਅਜ਼ਰਾਈਲ ਫਰੇਸਤਾ ਹੋਸੀ ਆਏ ਤਈ, ਆਵਣ ਜਾਣ ਨ ਸੁਝਈ ਭੀੜੀ ਗਲੀ ਫਹੀ। ਕੂੜ ਨਿਕੁੱਟੇ ਨਾਨਕਾ, ਓੜਕ ਸੱਚ ਰਹੀ। ਅਤੇ ਪੰਜਵੇਂ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਵਿੱਚ ਗੁਰਬਾਣੀ ਉਚਾਰਨ ਕਰਦੇ ਹੋਏ ਜੀਵ ਨੂੰ ਸੁਚੇਤ ਕਰਦੇ ਹਨ। ਜੋ ਸ਼ਬਦ ਮਾਰੂ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1019 ਉੱਪਰ ਅੰਕਿਤ ਹੈ। ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ। ਆਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ। ਪਾਪ ਕਰੇਂਦੜ ਸਰਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ। ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆਂ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵੰਝੇਸਾ। ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ। ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਖਾਲਕ ਥਾਵੋਂ ਭੁੱਲਾ ਮੁੱਠਾ, ਦੁਨੀਆ ਖੇਲ ਬੁਰਾ ਰੁੱਠ ਤੁੱਠਾ। ਸਿਦਕ ਸਬੂਰੀ ਸੰਤ ਨ ਮਿਲਿਓ, ਵੱਤੈ ਆਪਣ ਭਾਣੀਆਂ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਜਿਉ ਨਚਾਏ ਤਿਉ ਤਿਉ ਨੱਚਨ, ਸਿਰ ਸਿਰ ਕਿਰਤ ਵਿਹਾਣੀਆਂ। ਮਿਹਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗਤ ਨਰਕ ਨ ਪਾਈ। ਅੰਮ੍ਰਿਤ ਨਾਮ ਦਾਨ ਨਾਨਕ ਕਉ, ਗੁਣ ਗੀਤਾ ਨਿਤ ਵਖਾਣੀ। ਸੋ ਇਸ ਲਈ ਹੈ ਜਗਿਆਸੂ ਜਨੋ, ਆਪਾਂ ਸਾਰਿਆਂ ਨੂੰ ਗੁਰੂ ਕੀ ਬਾਣੀ ਉੱਪਰ ਪੂਰਨ ਭਰੋਸਾ ਕਰਕੇ ਸਤ ਕਰਕੇ ਮੰਨਣਾ ਚਾਹੀਏ, ਕਿਉਂਕਿ ਇਹ ਪਰਮੇਸ਼ਰ ਜੀ ਦਾ ਸਰੂਪ ਹੈ। ਦੂਸਰੇ ਗੁਰੂ ਕਿਰਪਾ ਸਦਕਾ ਮੈਂ ਆਪ ਧਰਮਰਾਜਾ ਤੇ ਉਸ ਦੀ ਪੂਰੀ ਖੁਦ ਤੱਕੀ ਹੈ। ਬਾਬਾ ਜੀ ਨੇ ਦੱਸਿਆ ਜਿਵੇਂ ਜਿਵੇਂ ਧਰਮਰਾਜ ਦੇ ਹੁਕਮ ਨਾਲ ਮੰਦ ਕਰਮੀ ਜੀਵਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ, ਉਹ ਵੀ ਸਾਰਾ ਹਾਲ ਅੱਖੀਂ ਦੇਖਿਆ ਹੈ। ਉੱਥੇ ਸੂਖਮ ਸਰੀਰ ਰਾਹੀਂ ਆਤਮਾ ਜੋ ਦੁੱਖ ਭੋਗਦੀ ਹੈ ਉਹ ਦੱਸੇ ਨਹੀਂ ਜਾ ਸਕਦੇ। ਇਸ ਵਾਰਤਾਲਾਪ ਸਮੇਂ ਬਾਬਾ ਜੀ ਨੇ ਕੁਝ ਇੱਕ ਸਜ਼ਾਵਾਂ ਦਾ ਵੇਰਵਾ ਵੀ ਦਿੱਤਾ ਕਿ ਕਿਵੇਂ ਇਸ ਜੀਵ ਆਤਮਾ ਨੂੰ ਤੰਗ ਅਤੇ ਭੀੜੇ ਰਸਤਿਆਂ ਵਿੱਚ ਦੀ ਲੰਘਣਾ ਪੈਂਦਾ ਹੈ ਅਤੇ ਮੰਦ ਕਰਮੀਆਂ ਨੂੰ ਕਿਵੇਂ ਅੱਗ ਵਰਗੇ ਤੱਤੇ ਥੰਮਾਂ ਨਾਲ ਲਾਇਆ ਜਾਂਦਾ ਹੈ। ਕੁੰਭੀ ਨਰਕ ਬਾਬਤ ਵੀ ਬਾਬਾ ਜੀ ਨੇ ਦੱਸਣਾ ਕੀਤਾ। ਆਪ ਜੀ ਨੇ ਦੱਸਿਆ ਕਿ ਹਰੇਕ ਮਾੜੇ ਕਰਮ ਦੀਆਂ ਵੱਖ-ਵੱਖ ਸਜ਼ਾਵਾਂ ਨਿਯੁਕਤ ਹਨ ਜੋ ਕਿ ਜੀਵ ਆਤਮਾ ਨੂੰ ਜ਼ਰੂਰ ਭੋਗਣੀਆਂ ਪੈਂਦੀਆਂ ਹਨ। ਅਜਿਹਾ ਦ੍ਰਿਸ਼ਟ ਸਤਿਗੁਰੂ ਜੀ ਦੀ ਕਿਰਪਾ ਨਾਲ ਇੱਕ ਵਾਰ ਨਹੀਂ ਕਈ ਵਾਰ ਤੱਕਿਆ ਹੈ। ਅਗਾਂਹ ਬਾਬਾ ਜੀ ਨੇ ਬਚਨ ਕੀਤਾ ਕਿ ਇਸ ਦੇ ਉਲਟ ਜੋ ਜੀਵ ਗੁਰੂ ਕਿਰਪਾ ਸਦਕਾ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰਕੇ ਗੁਰੂ ਵਾਲੇ ਬਣ ਜਾਂਦੇ ਹਨ ਅਤੇ ਗੁਰੂ ਹੁਕਮ ਅਨੁਸਾਰ ਗੁਰ ਕਹਿਆ ਸਾਕਾਰ ਕਮਾਵੂ ਦੇ ਧਾਰਨੀ ਬਣ ਜਾਂਦੇ ਹਨ, ਉਹਨਾਂ ਦਾ ਨਾਤਾ ਧਰਮਰਾਜੇ ਨਾਲੋਂ ਟੁੱਟ ਜਾਂਦਾ ਹੈ। ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਸੋ ਹਰ ਗੁਣ ਗਾਵੈ। ਧਰਮ ਰਾਏ ਤਿਨਕਾ ਮਿੱਤ ਹੈ, ਜਮ ਮਗ ਨ ਪਾਵੈ। ਹਰ ਨਾਮ ਧਿਆਵੈ, ਦਿਨ ਸਰਾਤ ਹਰ ਨਾਮ ਸਮਾਵੈ। ਅਤੇ ਉਹ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਵਿੱਚ ਹੀ ਨਾਮ ਜਪ ਦੁਆਰਾ ਅਭੇਦ ਹੋ ਜਾਂਦੇ ਹਨ। ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਜੈਤਸਰੀ ਰਾਗ ਵਿੱਚ ਹੈ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ।
ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜੇ ਨੇ ਆਪਣੇ ਕਰਿੰਦਿਆਂ ਭਾਵ ਜਮਦੂਤਾਂ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਜਿੱਥੇ ਸਾਧੂ ਜਾਂ ਮਹਾਂਪੁਰਖ ਜਨ ਜਾਂ ਪਰਮੇਸ਼ਰ ਜੀ ਦੇ ਪਿਆਰੇ ਭਜਨ ਬੰਦਗੀ ਕਰ ਰਹੇ ਹੋਣ, ਹੇ ਦੂਤੋ ਤੁਸੀਂ ਉੱਥੇ ਬਿਲਕੁਲ ਨਹੀਂ ਜਾਣਾ, ਤੇ ਜੇ ਤੁਸੀਂ ਗਲਤੀ ਨਾਲ ਵੀ ਕਿਤੇ ਉੱਥੇ ਚਲੇ ਗਏ ਤਾਂ ਅਸੀਂ ਬੜੀ ਬੁਰੀ ਤਰ੍ਹਾਂ ਫਸ ਜਾਵਾਂਗੇ। ਨਾ ਤੁਸੀਂ ਛੁੱਟੋਗੇ, ਨਾ ਮੇਰੀ ਤੇ ਨਾ ਹੀ ਸਾਡੀ ਜੰਪੁਰੀ ਦੀ ਖਲਾਸੀ ਹੋ ਸਕੇਗੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਇਹ ਫਰਮਾਨ ਪੜ੍ਹਦੇ ਹਾਂ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਣਾ ਹਉ ਣਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਜੇ ਕਿਤੇ ਪਰਮੇਸ਼ਰ ਦੇ ਪਿਆਰੇ ਧਰਮਰਾਜ ਦੀ ਜੰਪੁਰੀ ਵਿੱਚ ਆਪਣੀ ਮੌਜ ਨਾਲ ਚਲੇ ਵੀ ਜਾਣ, ਤਦ ਧਰਮ ਰਾਜਾ ਬੜੇ ਸਤਿਕਾਰ ਸਹਿਤ ਉਹਨਾਂ ਗੁਰਮੁਖ ਪਿਆਰਿਆਂ ਦਾ ਆਦਰ ਸਤਿਕਾਰ ਕਰਦਾ ਹੋਇਆ ਐਸੇ ਬਚਨ ਬੋਲਦਾ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ।